ਬਹੁਤ ਗਿਣਤੀ ਸਿੱਖ ਜਿਹੜੇ BJP ਜਾਂ RSS ਦੇ ਪ੍ਰਤੀ ਇਨਕਲਾਈਨ ਹੈਗੇ ਆ। ਕੋਈ ਉਹਨਾਂ ਨੂੰ ISI ਦਾ ਏਜੰਟ ਕਹਿੰਦਾ, ਕੋਈ ਕਹਿੰਦਾ ਜੀ RSS ਦੇ ਏਜੰਟ ਹੈਗੇ ਆ, ਕੋਈ ਕਹਿੰਦਾ ਇਹਨਾਂ ਦੀ BJP ਦੇ ਨਾਲ ਸੈਟਿੰਗ ਹੈਗੀ ਆ। ਸਿੱਖਾਂ ਦੇ ਬਾਰੇ ਖਾਸ ਤੌਰ 'ਤੇ ਮੈਂ ਤੁਹਾਨੂੰ ਨਿੱਜੀ ਤੌਰ 'ਤੇ ਸਵਾਲ ਕਰਦਾ, ਜਿਹੜੀ ਇਹ ਪਰਸੈਪਸ਼ਨ ਬਣਦੀ ਆ, ਇਸ ਪਰਸੈਪਸ਼ਨ ਬਾਰੇ ਤੁਸੀਂ ਕੀ ਕਹੋਗੇ? ਇਹਦੀ ਵਜ੍ਹਾ ਕੀ ਹੈ? ਦੇਖੋ, ਸਾਡੇ 'ਚ ਨਾ ਇੱਕ ਪ੍ਰੋਬਲਮ ਹੈ ਸਾਡੀ ਕਮਿਊਨਿਟੀ ਦੇ ਵਿੱਚ ਕਿ ਜਿੱਦਾਂ ਤੁਸੀਂ ਨਾ ਇੱਕ ਬੜਾ ਸੋਹਣਾ ਮੈਨੂੰ ਸਵਾਲ ਕੀਤਾ ਹੁਣੇ ਕਿ ਇਹ ਜਿਹੜਾ ਮਸਲਾ ਹੈ, ਜਿਹੜਾ ਮਾਈਨੋਰਟੀਜ਼ ਦਾ ਮਸਲਾ ਜੀ ਕਸ਼ਮੀਰ ਦਾ, ਇਹ ਅਸੀਂ ਇਕੱਲੇ ਕਿਉਂ ਆਪਣੀ ਡਪਲੀ ਵਜਾ ਰਹੇ ਹਾਂ? ਆਪਾਂ ਇਕੱਠੇ ਕਿਉਂ ਨਾ ਹੋ ਲਈਏ? ਸਾਡੇ 'ਚ ਏਕਾ ਨਹੀਂ ਹੁੰਦਾ। ਮੈਂ ਸਮਝਦਾ ਕਿ ਜੇ ਅਸੀਂ ਏਕਾ ਕਰਕੇ ਅਸੀਂ ਚੱਲੀਏ, ਅਸੀਂ ਆਪਸ 'ਚ ਇੱਕ ਦੂਜੇ ਦੀ ਲੱਤਾਂ ਖਿੱਚਣ ਲੱਗ ਪੈਂਦੇ ਹਾਂ, ਅਸੀਂ ਇੱਕ ਦੂਜੇ ਦੇ ਨੁਕਸ ਕੱਢਣ ਲੱਗ ਜਾਂਦੇ ਹਾਂ ਔਰ ਉਹਦੇ ਵਿੱਚ ਕੋਈ ਨਾ ਕੋਈ ਐਡਵਾਂਟੇਜ, ਭਾਵੇਂ ਰੂਲਿੰਗ ਪਾਰਟੀ ਹੋਵੇ ਨਹੀਂ। ਨੰਬਰ 2 ਦੂਜੀ ਗੱਲ, ਮੈਂ ਆਪਣੇ ਬਾਰੇ ਇਹ ਕਹਿ ਸਕਦਾ ਵਾਂ, ਅੱਜ ਮੈਂ ਤੁਹਾਡੇ ਸਾਹਮਣੇ ਬੈਠਾ ਵਾਂ, ਮੇਰੇ ਪਿਤਾ ਜਥੇਦਾਰ ਸੰਤੋਖ ਸਿੰਘ ਸੀਗੇ, ਅਸੈਸੀਨੇਸ਼ਨ ਹੋਈ ਉਹਨਾਂ ਦੀ ਦਿੱਲੀ 'ਚ 1950 ਤੋਂ ਲੈ ਕੇ ਅੱਜ 2021 ਆ ਗਿਆ। 71 ਸਾਲ ਦਾ ਸਫ਼ਰ ਹੈ ਮੇਰੇ ਪਰਿਵਾਰ ਦਾ। ਜਥੇਦਾਰ ਸਾਹਿਬ ਨੇ ਉਹ ਕੰਮ ਕੀਤੇ ਇਤਿਹਾਸਿਕ। ਮੇਰੇ ਤੋਂ ਜਿਹੜੀ ਸੇਵਾ ਹੋਈ ਤੁਹਾਡੇ ਸਾਹਮਣੇ, ਤੁਸੀਂ ਸਾਡੀਆਂ ਇਲੈਕਸ਼ਨਾਂ ਕਵਰ ਕੀਤੀਆਂ ਨੇ। ਮੈਨੂੰ ਤੁਸੀਂ ਇੱਕ ਜਗ੍ਹਾ ਦੱਸ ਦਿਓ ਕਿ ਅਸੀਂ ਸਰਕਾਰ ਕੋਲੋਂ ਕਦੀ ਕੋਈ ਪਲਾਟ, ਕਦੀ ਕੋਈ ਹੋਟਲ ਦੇ ਪਲਾਟ, ਕਦੀ ਕੋਈ ਫੈਕਟਰੀਆਂ ਦੇ ਪਲਾਟ, ਕਿਤੇ ਕੋਈ MLA, ਕਿਤੇ ਕੋਈ ਰਾਜ ਸਭਾ, ਕਿਤੇ ਕੋਈ ਕੋਟਾ ਪਰਮਿਟ ਲਾਇਸੈਂਸ ਜਾਂ ਵੱਡੇ ਠੇਕੇ ਲਏ ਹੋਣ। ਹਮੇਸ਼ਾ ਕੌਮ ਵਾਸਤੇ ਕੰਮ ਕੀਤਾ। ਜਿਹੜੀ ਕੌਮ ਨੇ ਤਾਕਤ ਦਿੱਤੀ, ਲੀਡਰ ਦੇ ਵਿੱਚ ਸਿੰਸੈਰਿਟੀ ਹੋਣੀ ਬੜੀ ਜ਼ਰੂਰੀ ਹੈ। ਤਾਕਤ ਕੌਮ ਦਿੰਦੀ ਹੈ। ਆਪਾਂ ਜਾ ਕੇ ਸਰਕਾਰਾਂ ਦੇ ਕੋਲੋਂ ਆਪਣੇ ਮੁਫਾਦ ਦੀ ਜਦੋਂ ਗੱਲ ਕਰਦੇ ਹਾਂ, ਉਦੋਂ ਕੌਮ ਦਾ ਨੁਕਸਾਨ ਹੁੰਦਾ। ਮੈਂ ਸਮਝਦਾ 2 ਚੀਜ਼ਾਂ ਹੋਣੀਆਂ ਚਾਹੀਦੀਆਂ। ਇੱਕ ਤੇ ਗੁਰੂ ਗ੍ਰੰਥ ਸਾਹਿਬ ਦਾ ਜਿੱਥੇ ਇਸ਼ੂ ਹੋਵੇ, ਜਿੱਥੇ ਕੌਮ ਦਾ ਮਸਲਾ ਹੋਵੇ, ਉੱਥੇ ਕੌਮ ਨੂੰ ਇੱਕ ਹੋ ਜਾਣਾ ਚਾਹੀਦਾ। ਮੈਂ ਅੱਜ ਪਿੱਛੇ ਲੱਗਣ ਨੂੰ ਤਿਆਰ ਹਾਂ। ਕਈ ਮਸਲੇ ਨੇ, ਸਾਡੇ ਗਿਆਨ ਗੋਦੜੀ ਸਾਹਿਬ ਦਾ ਮਸਲਾ ਹੈਗਾ, ਉਹਦਾ ਡਾਂਗਮਾਰ ਸਾਹਿਬ ਦਾ ਸਿੱਕਮ ਦਾ ਮਸਲਾ ਹੈਗਾ, ਆਰਟੀਕਲ 25 ਦਾ ਮਸਲਾ ਹੈਗਾ, ਜੰਮੂ ਕਸ਼ਮੀਰ ਦੇ ਮਸਲੇ ਹੈਗੇ ਨੇ, ਹੋਰ ਕਈ ਇਸ਼ੂਜ਼ ਨੇ ਸਾਡੇ। ਮੰਨਦੇ ਹੋ ਕਿ ਸੈਂਟਰ ਇਸੇ ਫੋਟੋ ਦਾ ਫਾਇਦਾ ਲੈ ਰਿਹਾ ਸਿੱਖਾਂ ਦੀ? 100% ਲੈਂਦਾ। ਤੁਸੀਂ ਲੈਣ ਦੀ ਗੱਲ ਕੀਤੀ, ਮਫਾਦ ਦੀ ਗੱਲ ਕੀਤੀ, ਮੈਨੂੰ ਅਮਿਤਾਭ ਬੱਚਨ ਦੀ ਯਾਦ ਆਉਂਦੀ ਹੈ, ਜਿਹੜੀ ਉਹ ਡੋਨੇਸ਼ਨ ਦਿੰਦੇ ਆ, ਤੁਸੀਂ ਉਹਦਾ ਵਿਰੋਧ ਕਰਦੇ ਹੋ, ਸ੍ਰੀ ਅਕਾਲ ਤਖਤ ਸਾਹਿਬ ਚਿੱਠੀ ਵੀ ਲਿਖਦੇ ਹੋ। ਕੁਝ ਬਣਿਆ ਤੁਹਾਡੀ ਸ਼ਿਕਾਇਤ ਦਾ? ਉੱਥੇ ਕੁਝ ਨਹੀਂ ਬਣਨਾ। ਅਕਾਲ ਤਖਤ ਸਾਹਿਬ ਤੇ ਇਹਦੇ ਬਾਰੇ ਚੁੱਪ ਰਹੇਗਾ। ਉਹ ਇਸ ਲਈ ਚੁੱਪ ਰਹੇਗਾ ਕਿਉਂਕਿ SGPC ਦੇ ਕੰਟਰੋਲ 'ਚ ਹੈ। SGPC ਕਿਹਦੇ ਕੰਟਰੋਲ 'ਚ ਹੈ? ਬਾਦਲ ਪਰਿਵਾਰ ਦੇ ਕੰਟਰੋਲ 'ਚ ਹੈਗੇ ਆ। ਮੈਨੂੰ ਇਹ ਦੱਸਿਆ ਜਾਵੇ ਕਿ 2 ਕਰੋੜ ਰੁਪਇਆ ਸਿਰਸਾ ਸਾਹਿਬ ਅਨਾਊਂਸ ਕਰਦੇ ਨੇ। ਉਹ ਆਖਦੇ ਨੇ, ਮੈਂ ਤੁਹਾਨੂੰ ਉਹਦਾ ਸਾਰੀ ਵੇਰਵਾ ਦੱਸ ਦਵਾਂ ਜੋ ਮੈਂ ਅਕਾਲ ਤਖਤ ਤੇ ਲਿਖ ਕੇ ਭੇਜਿਆ। ਸਿਰਸਾ ਸਾਹਿਬ 10 ਤਰੀਕ ਨੂੰ ਪ੍ਰੈਸ ਕਾਨਫਰੰਸ ਕਰਦੇ ਆ ਕਿ 9 ਤਰੀਕ ਨੂੰ ਮਈ ਦੀ, ਕਿ ਇਹ ਅਸੀਂ ਕੋਵਿਡ ਖੋਲ੍ਹ ਰਹੇ ਹਾਂ ਸੈਂਟਰ ਜਿਹੜਾ ਹੈਗਾ, ਔਰ ਇਹਦੇ 'ਚ 2 ਕਰੋੜ ਰੁਪਏ ਅਮਿਤਾਭ ਬੱਚਨ ਸਦੀ ਦੇ ਮਹਾਨਾਇਕ, ਉਹਨਾਂ ਨੇ ਸਾਨੂੰ ਇਹ ਜਿਹੜਾ ਇਹ ਪੈਸਾ ਦਿੱਤਾ ਤੇ ਅਸੀਂ ਇਸ ਨੂੰ ਉਹਨਾਂ ਦੇ ਸ਼ੋਲੇ ਗਾਉਂਦੇ ਨੇ ਜੀ। ਜਿਸ ਦਿਨ ਉਹ ਸ਼ੋਲੇ ਗਾਉਂਦੇ ਨੇ, ਉਸੇ ਵੇਲੇ ਮੈਂ ਪ੍ਰੈਸ ਕਾਨਫਰੰਸ ਕਰਦਾ ਕਿ ਅਸੀਂ ਅਮਿਤਾਭ ਬੱਚਨ ਤੋਂ ਪੈਸੇ ਕਿੱਦਾਂ ਲੈ ਸਕਦੇ ਹਾਂ। ਅਮਿਤਾਭ ਬੱਚਨ ਜਿਹੜੇ ਹੈਗੇ ਨੇ, ਅਮਿਤਾਭ ਬੱਚਨ ਨੇ ਨਾਅਰੇ ਮਾਰੇ ਸੀਗੇ ਜਦੋਂ 3 ਮੂਰਤੀਆਂ ਤੇ ਇੰਦਰਾ ਗਾਂਧੀ ਦੀ ਲਾਸ਼ ਪਈ ਸੀਗੀ ਕਿ ਖੂਨ ਕਾ ਬਦਲਾ ਖੂਨ ਸੇ ਲੈਂਗੇ। ਦੂਰਦਰਸ਼ਨ ਉਦੋਂ ਸਿਰਫ ਚੈਨਲ ਹੁੰਦਾ ਸੀ, ਕੋਈ ਚੈਨਲ ਨਹੀਂ ਸੀ, ਲਾਈਵ ਗਿਆ ਸਾਰੇ ਪਾਸੇ। ਅਸੀਂ ਉਹ ਵੀ ਰਿਪੋਰਟ ਕੱਢ ਕੇ ਦੇ ਦਿੱਤੀ ਹੈ ਕਿ ਮਿਸ਼ਰਾ ਕਮਿਸ਼ਨ ਦੇ ਅੱਗੇ ਜਿਹੜਾ DG दूरदर्शन सी, उन्हें जाके स्टेटमेंट दी सी, हाँ जी हमसे चलिया था खून का बदला खून, लेकिन थोड़ी देर चला था। हुण ਇਹਦਾ मतलब ਚੱਲਿਆ, ਸਿੱਖ ਮਰੇ, ਅਸੀਂ ਆਪ ਮਰੇ ਉਹਦੇ ਵਿੱਚ। ਉਸ ਬੰਦੇ ਤੋਂ ਤੁਸੀਂ ਪੈਸੇ ਕਿੱਦਾਂ ਲੈ? ਹਲੇ ਇਹ ਕੰਟਰੋਵਰਸੀ ਚੱਲਦੀ ਪਈ ਸੀ। ਸਿਰਸਾ ਸਾਹਿਬ ਅਗਲੇ ਦਿਨ ਬਿਆਨ ਦਿੰਦੇ ਨੇ, ਜੀ ਮੈਨੂੰ ਤਾਂ ਜੀ ਪੈਸੇ ਉਹਨਾਂ ਦੇ ਆ ਗਏ ਸੀ ਅਕਾਊਂਟ ਦੇ ਵਿੱਚ। ਮੈਂ ਆਪਣੀ ਸਟਾਫ ਨੂੰ ਪੁੱਛਿਆ ਕਿਹੜੇ ਪੈਸੇ ਨੇ, ਪਤਾ ਲੱਗਾ ਅਮਿਤਾਭ ਬੱਚਨ ਦੇ, ਤੇ ਮੇਰੀ ਇੱਕ ਵਾਰੀ ਉਹਦੇ ਨਾਲ ਗੱਲ ਹੁੰਦੀ ਹੈ। ਮੈਂ ਉਹਦਾ 9 ਤਰੀਕ ਦਾ ਆਪਣਾ ਟਵੀਟ ਕੱਢ ਕੇ ਅਕਾਲ ਤਖਤ ਸਾਹਿਬ ਦੇ ਦਿੱਤਾ, ਜਿਹਦੇ 'ਚੋਂ ਕਹਿੰਦਾ ਕਿ ਮੈਨੂੰ ਰੋਜ਼ ਅਮਿਤਾਭ ਬੱਚਨ ਫੋਨ ਕਰਦਾ ਸੀਗਾ ਕਿ ਬਈ ਕੀ ਹਾਲ ਆ, ਬੈੱਡ ਲੱਗੇ ਕਿ ਨਹੀਂ ਲੱਗੇ, ਕੀ ਹੋ ਗਿਆ, ਕਿੱਥੇ ਪਹੁੰਚ ਗਈ ਡਿਵੈਲਪਮੈਂਟ। ਅਗਲੀ ਗੱਲ, ਇੱਕ ਹੋਰ ਗੱਲ ਕਹਿੰਦੇ GK ਸਾਹਿਬ ਏਡੇ ਚਿਰ ਪ੍ਰਧਾਨ ਰਹੇ ਨੇ, ਸਿਰਸਾ ਸਾਹਿਬ ਕਹਿੰਦੇ ਉਹਨਾਂ ਨੇ ਕਦੀ ਅਮਿਤਾਭ ਬੱਚਨ ਦੇ ਖਿਲਾਫ ਬੋਲੇ ਨਹੀਂ। ਸਾਨੂੰ ਤਾਂ ਪਤਾ ਹੀ ਨਹੀਂ ਕਿ ਅਮਿਤਾਭ ਬੱਚਨ ਇਨਵੋਲਵ ਆ, ਸਾਨੂੰ ਅੱਜ ਤੱਕ ਕਿਸੇ ਨੇ ਦੱਸਿਆ ਹੀ ਨਹੀਂ। ਮੈਂ 2017 ਦਾ 31 ਅਕਤੂਬਰ ਦਾ ਸਿਰਸੇ ਦਾ ਟਵੀਟ ਕੱਢ ਕੇ ਜਥੇਦਾਰ ਸਾਹਿਬ ਨੂੰ ਦਿੰਦਾ, ਇਹ ਲਓ ਜਥੇਦਾਰ ਸਾਹਿਬ, ਅੱਜ ਸਿਰਸਾ ਬੋਲਦਾ ਪਿਆ, ਅਮਿਤਾਭ ਬੱਚਨ ਤੂੰ ਬੋਲ ਕਿ ਤੂੰ ਨਾਰੇ ਮਾਰੇ ਸੀ, ਤੂੰ ਸਿੱਖਾਂ ਦਾ ਕਤਲ ਕਰਾਇਆ ਸੀ। ਇਹ ਝੂਠ ਬੋਲਦਾ ਪਿਆ ਕਿ ਮੈਨੂੰ ਤਾਂ ਪਤਾ ਹੀ ਨਹੀਂ ਇਸ ਮਸਲੇ ਬਾਰੇ। 2011 ਦੇ ਵਿੱਚ ਬੀਬੀ ਜਗਦੀਸ਼ ਕੌਰ
ਪੀਰ ਮੁਹੰਮਦ ਦਿੱਲੀ ਤੋਂ ਦੁਖੀਆ 1984 ਦਾ ਲੀਡਰ, ਉਹਨਾਂ ਦੀ ਕੰਪਲੇਂਟ ਪੈਂਡਿੰਗ ਪਈ ਆ। ਜਦੋਂ ਬਾਦਲ ਸਾਹਿਬ ਨੇ ਫੈਸਲਾ ਕੀਤਾ ਸੀਗਾ ਕਿ ਵਿਰਾਸਤ-ਏ ਖਾਲਸਾ ਅਨੰਦਪੁਰ ਸਾਹਿਬ ਤਿਆਰ ਹੋ ਗਿਆ, ਉਹਦਾ ਨੀਂਹ ਪੱਥਰ, ਉਹਦੀ ਕਟਿੰਗ ਸੈਰੇਮਨੀ, ਓਪਨਿੰਗ ਸੈਰੇਮਨੀ ਤੇ ਅਮਿਤਾਭ ਬੱਚਨ ਆਏਗਾ, ਉਹ ਮਸਲਾ ਬੜਾ ਵੱਡਾ ਉੱਠਿਆ ਸੀਗਾ। ਮੈਂ ਸਾਰੇ ਝੂਠ ਸਾਹਮਣੇ ਰੱਖਤੇ। ਹੁਣ ਇਸ ਤੋਂ ਅਗਲਾ ਝੂਠ ਹੋਰ ਦੱਸਣ ਲੱਗਾ, ਇਹ ਧਿਆਨ ਨਾਲ ਸੁਣਨਾ। ਸਿਰਸੇ ਨੇ 2 ਕਰੋੜ ਰੁਪਇਆ ਕਿਹਾ ਸੀਗਾ ਜੀ, ਉਹਨੇ 10 ਤਰੀਕ ਨੂੰ ਪ੍ਰੈਸ ਕਾਨਫਰੰਸ ਕੀਤੀ ਸੀ ਕਿ ਸਿਰਸੇ ਨੇ ਮਈ ਨੂੰ, ਰਾਈਟ, 12 ਮਈ ਨੂੰ ਅਮਿਤਾਭ ਬੱਚਨ ਦਾ PTI ਬਲੌਗ ਰਿਲੀਜ਼ ਕਰਦਾ, ਜੋ ਉਹਨੇ ਬਲੌਗ 'ਚ ਲਿਖਦਾ, ਕਹਿੰਦਾ देयर इज अ कंट्रोवर्सी गोइंग in Delhi that I have given 2 crore rupees for the COVID center, but ਬੰਗਲਾ ਸਾਹਿਬ ਦੇ ਵਿੱਚ ਜਿਹੜਾ ਡਾਇਗਨੋਸਟਿਕ ਸੈਂਟਰ ਲੱਗਾ ਜਿੱਤੇ 12 ਕਰੋੜ ਤੋਂ ਉੱਤੇ ਰਕਮ ਲੱਗੀ ਹੈ, ਉਹ ਮੈਂ ਦਿੱਤਾ 6 ਮਹੀਨੇ ਪਹਿਲੇ। ਅੱਛਾ। ਔਰ ਮੈਂ ਜਥੇਦਾਰ ਸਾਹਿਬ ਨੂੰ ਕਿਹਾ, ਮੈਂ ਕਿਹਾ ਜਥੇਦਾਰ ਸਾਹਿਬ ਇਹ 12 ਕਰੋੜ ਪਹਿਲੇ ਲੈ ਚੁੱਕੀ ਕਮੇਟੀ ਔਰ ਦੱਸ ਨਹੀਂ ਰਹੀ, ਫਿਰ ਇਹ ਵੀ ਛੱਡ ਦਿਓ। ਜਿਸ ਦਿਨ ਉਹਦਾ ਰਿਬਨ ਕੱਟਦੇ ਨੇ ਡਾਇਗਨੋਸਟਿਕ ਸੈਂਟਰ ਦਾ, ਜਿਹਦੇ 12 ਕਰੋੜ ਰੁਪਇਆ MRI ਦੀ ਮਸ਼ੀਨਾਂ ਦਿੱਤੀਆਂ ਨੇ ਅਮਿਤਾਭ ਬੱਚਨ ਨੇ, ਉਸ ਦਿਨ 2 ਪਰਿਵਾਰ ਦਿੱਲੀ ਦੇ ਵੱਡੇ ਧਨਾੜ ਪਰਿਵਾਰ, ਇੱਕ ਚਾਵਲਾ ਪਰਿਵਾਰ ਤੇ ਇੱਕ ਜੁਨੇਜਾ ਪਰਿਵਾਰ, ਉਹਨਾਂ ਨੂੰ ਸਰੋਪੇ ਪਾਉਂਦੇ ਨੇ ਜੀ ਇਹ ਸਾਰਾ ਕੁਝ ਇਹਨਾਂ ਨੇ ਦਿੱਤਾ, ਔਰ ਉਹਨਾਂ ਦੀ ਉੱਥੇ ਨੇਮ ਪਲੇਟ ਲਾਉਂਦੇ ਨੇ ਡੋਨੇਟਡ ਬਾਈ ਦਿਸ ਫੈਮਿਲੀ। ਮੈਂ ਕਿਹਾ ਜਥੇਦਾਰ ਸਾਹਿਬ ਮੈਨੂੰ ਇਹ ਦੱਸਿਆ ਜਾਵੇ ਕਿ ਇਹ ਇਸ਼ੂ ਐਡਾ ਵੱਡਾ, ਤੁਸੀਂ ਕਿਉਂ ਨਹੀਂ ਇਸ ਤੇ ਗੱਲ ਕਰਦੇ ਪਏ? ਤੇ ਜੇ ਇਹਦੇ ਕੋਲੋਂ ਪੈਸੇ ਲੈਣੇ ਨੇ ਤੇ ਫਿਰ ਆਪਾਂ ਅਕਾਲ ਤਖਤ ਸਾਹਿਬ ਕਿਉਂ ਤੋੜ ਦਿੱਤਾ ਸੀਗਾ ਜਦੋਂ ਸ਼੍ਰੋਮਣੀ ਕਮੇਟੀ ਨੂੰ ਹੈਂਡਓਵਰ ਕੀਤਾ ਸਰਕਾਰ ਨੇ 1984 ਚ? ਜਵਾਬ ਕਿਸੇ ਜਥੇਦਾਰ ਸਾਹਿਬ? ਜਥੇਦਾਰ ਸਾਹਿਬ ਕਹਿੰਦੇ ਜੀ ਇਹ ਪੈਸਾ ਨਹੀਂ ਲਿੱਤਾ ਜਾ ਸਕਦਾ। ਮੈਂ ਕਿਹਾ ਜਥੇਦਾਰ ਸਾਹਿਬ ਫਿਰ ਇੱਕ ਦਿਨ ਤੇ ਫੈਸਲਾ ਦੇ ਦਿਓ। ਕਹਿੰਦੇ ਇਸ ਤੇ ਫੈਸਲਾ ਕਰਾਂਗੇ, ਜ਼ਰੂਰ ਕਰਾਂਗੇ, ਲੇਕਿਨ ਮੈਨੂੰ ਨਹੀਂ ਲੱਗਦਾ ਕੋਈ ਫੈਸਲਾ ਹੋਊਗਾ, ਕਿਉਂਕਿ ਜੇ ਫੈਸਲਾ ਹੋਏਗਾ ਤੇ ਸਰਸਾ ਸਾਹਿਬ, ਅਕਾਲੀ ਦਲ, ਇਹ ਸਾਰੇ ਮਰਦੇ ਨੇ। 2 ਤਰ੍ਹਾਂ ਦੇ ਪੱਖ ਹੁੰਦੇ ਆ ਜੀ ਕੀ ਸਾਹਿਬ ਇਹਦੇ ਤੇ। ਇੱਕ ਪੱਖ ਮਰਿਆਦਾ ਨੂੰ ਲੈ ਕੇ ਆਉਂਦਾ, ਕਹਿੰਦੇ ਕਿ ਡੋਨੇਸ਼ਨ ਦੇਣ ਤੋਂ ਕਿਸੇ ਨੂੰ ਕਿਵੇਂ ਰੋਕਿਆ ਜਾ ਸਕਦਾ ਹੈ, ਸਿੱਖੀ ਦੀ ਮਰਿਆਦਾ ਹੈ, ਕੋਈ ਵੀ ਦਾਨ ਕਰ ਸਕਦਾ ਹੈ, ਕੋਈ ਵੀ ਲੰਗਰ ਛਕ ਸਕਦਾ ਹੈ, ਕੋਈ ਵੀ ਇੱਥੇ ਨਤਮਸਤਕ ਹੋ ਸਕਦਾ ਹੈ। ਰਾਹੁਲ ਗਾਂਧੀ ਵੀ ਹਰਿਮੰਦਰ ਸਾਹਿਬ ਨਤਮਸਤਕ ਹੋ ਸਕਦੇ ਆ, ਬੇਸ਼ੱਕ ਉਹਦੀ ਦਾਦੀ ਦੇ ਵੱਲੋਂ ਜਿਹੜਾ ਉਹ ਘਟਨਾਕ੍ਰਮ ਕਰਵਾਇਆ ਗਿਆ ਸੀ। ਉਹ ਕਹਿੰਦੇ ਮਰਿਆਦਾ ਦੇ ਉਲਟ ਕਿਵੇਂ ਜਾ ਸਕਦਾ ਹੈ ਜਿਹੜਾ ਸਿੱਖ ਹੈਗਾ। ਦੂਸਰਾ ਇਹ ਚਰਚਾ ਚੱਲਦੀ ਹੈ, ਕੁਝ ਲੋਕ ਇਹ ਕਹਿੰਦੇ ਆ ਕਿ ਸਿੱਖੀ 'ਚ ਕੀ ਘਾਟ ਹੈ ਸਿੱਖਾਂ 'ਚ? ਸਿੱਖ ਤਾਂ ਬਹੁਤ ਵੱਡੇ ਦਾਨੀ ਹੈਗੇ, ਸੰਗਤ ਬਹੁਤ ਵੱਡੀ ਗਿਣਤੀ 'ਚ ਬੈਠੀ ਜਿਹੜੀ ਅਰਬਾਂ ਰੁਪਏ ਡੋਨੇਟ ਕਰ ਸਕਦੀ। ਉਹ ਕਹਿੰਦੇ ਕਿ ਮਜਬੂਰੀ ਕੀ ਸੀ ਮਨਜਿੰਦਰ ਸਿੰਘ ਸਿਰਸਾ ਦੀ ਕਿ ਜਿਹੜਾ ਪਾਰਟੀਕੂਲਰ ਅਮਿਤਾਭ ਬੱਚਨ ਤੋਂ ਡੋਨੇਸ਼ਨ ਲੈਣੀ ਪਈ। 2 ਤਰ੍ਹਾਂ ਦੀ ਚਰਚਾ ਹੈ। ਪਹਿਲੇ ਮਸਲੇ ਤੇ ਦੱਸੋ, ਪਹਿਲੀ ਡਿਬੇਟ ਬਾਹਲੀ ਵੱਡੀ ਹੈ ਜਿਹਦੇ 'ਚ ਲੋਕ ਕਨਫਿਊਜ਼ ਹੈ ਕਿ ਜੇ ਕੋਈ ਬੰਦਾ ਮੂਲ ਧਾਰਾ 'ਚ ਆ ਰਿਹਾ, ਉਹ ਡੋਨੇਸ਼ਨ ਦੇ ਰਿਹਾ, ਇਨਕਲਾਈਨ ਹੋ ਰਿਹਾ ਪੰਥ ਪ੍ਰਤੀ, ਤਾਂ ਮਾੜਾ ਕੀ ਹੈ? ਬਿਲਕੁਲ ਠੀਕ ਕਿਹਾ ਤੁਸੀਂ। ਔਰ ਇਹ ਡਿਫੈਂਸ ਦਿੱਲੀ ਗੁਰਦੁਆਰਾ ਕਮੇਟੀ ਨੇ ਬਣਾਇਆ ਜੋ ਤੁਸੀਂ ਕਹਿ ਰਹੇ ਹੋ। ਹਰਮੀਤ ਸਿੰਘ ਕਾਲਕਾ ਜਿਹੜੇ ਜਨਰਲ ਸੈਕਟਰੀ ਨੇ ਔਰ ਦਿੱਲੀ ਦੇ ਅਕਾਲੀ ਦਲ ਦੇ ਪ੍ਰਧਾਨ ਨੇ, ਉਹਨਾਂ ਨੇ ਆਖਿਆ ਜੀ ਕਿ ਜੇ ਕੋਈ ਆ ਕੇ ਪੈਸੇ ਦੇ ਰਿਹਾ, ਅਸੀਂ ਪਤਾ ਕਿੱਦਾਂ ਕਰਦੀ ਹੈ। ਮੈਂ ਆਪਣੇ ਹੈੱਡ ਗ੍ਰੰਥੀਆਂ ਨੂੰ ਪੁੱਛ ਲਿਆ, ਅਸੀਂ ਦਿੱਲੀ ਦੇ ਸਾਰੇ ਹੈੱਡ ਗ੍ਰੰਥੀਆਂ ਨੂੰ ਪੁੱਛਿਆ, ਉਹ ਕਹਿੰਦੇ ਜੀ ਕਿ ਸਾਡੇ ਕੋਲੋਂ ਤਾਂ ਕਿਸੇ ਨੇ ਨਹੀਂ ਪੁੱਛਿਆ। ਅੱਛਾ, ਇਹਨਾਂ ਨੇ ਸਾਡੇ ਤੋਂ ਪੁੱਛਿਆ ਹੀ ਨਹੀਂ, ਇਹ ਐਵੇਂ ਝੂਠ ਮਾਰਦੇ ਨੇ। ਮੈਂ ਕਿਹਾ ਮੀਡੀਆ ਅੱਗੇ ਬੋਲ ਦੋਗੇ? ਕਹਿੰਦੇ ਸਾਨੂੰ ਕੋਈ ਪੁੱਛੇਗਾ ਅਸੀਂ ਬੋਲ ਦਿਆਂਗੇ, ਅਸੀਂ ਸੰਗਤ ਤੋਂ ਜੁੱਤੀਆਂ ਥੋੜੀ ਖਾਣੀ ਹੈ। ਕਹਿੰਦੇ ਅਗਰ ਕੋਈ ਆ ਕੇ ਗੋਲਕ 'ਚ ਪੈਸੇ ਪਾ ਰਿਹਾ, ਅਮਿਤਾਭ ਬੱਚਨ ਆਵੇ ਨਾ ਗੋਲਕ 'ਚ ਪਾਵੇ 500 ਕਰੋੜ ਰੁਪਏ, ਕੌਣ ਮਨਾ ਕਰ ਰਿਹਾ? ਨਹੀਂ ਰੋਕ ਸਕਦਾ ਮੈਂ। ਲੇਕਿਨ ਤੁਸੀਂ MRI ਦੀ ਮਸ਼ੀਨਾਂ, ਸਰ ਜੀ ਉਹ ਮਸ਼ੀਨਾਂ ਕਿੰਨੀ ਕਪੈਸਿਟੀ ਦੀਆਂ ਹੋਣਗੀਆਂ? ਉਹ 1.5 ਟੈਸਲਾ ਦੀ ਹੈ ਕਿ 3 ਟੈਸਲਾ ਦੀ ਹੈ? ਉਹਦੇ ਲਈ ਕਿੰਨਾ ਪਾਵਰ ਕਨੈਕਸ਼ਨ ਚਾਹੀਦਾ? ਫਿਰ ਉਹ ਜਿਹੜੀਆਂ ਕੰਪਨੀਆਂ ਨੇ, ਉਹ ਫਿਲਿਪਸ ਦੀ ਹੈਗੀ ਹੈ ਜਾਂ ਕਿਸੇ ਹੋਰ ਕੰਪਨੀ ਦੀ ਹੈਗੀ ਹੈ? ਔਰ ਮਸ਼ੀਨ ਜਿੱਥੇ ਲੱਗਦੀ ਹੈ ਨਾ, ਹਾਂ ਇਹ ਵੀ ਤੁਹਾਨੂੰ ਦੱਸ ਦਵਾਂ, ਬੰਗਲਾ ਸਾਹਿਬ ਜਿੱਥੇ ਆਪਾਂ ਦਰਸ਼ਨ ਕਰਦੇ ਨਾ, ਮਹਾਰਾਜ ਦੇ ਦਰਬਾਰ ਜਾਂਦੇ ਹਾਂ, ਉਹਦੇ ਥੱਲੇ, ਬਿਲਕੁਲ ਉਹਦੇ ਥੱਲੇ ਮਸ਼ੀਨਾਂ ਲੱਗੀਆਂ ਨੇ। ਇਸ ਮਸ਼ੀਨ ਦੀ ਵਾਈਬ੍ਰੇਸ਼ਨ ਇੰਨੀ ਹੁੰਦੀ ਹੈ ਕਿ ਉੱਤੇ ਦਰਬਾਰ 'ਚ ਕੀਰਤਨ ਨਾ ਸੁਣਾਈ ਦੇਵੇ, ਸਾਊਂਡ ਪ੍ਰੂਫਿੰਗ ਹੋਣੀ ਹੈ। ਫਿਰ ਇਹਦੇ 'ਚ ਉਹ ਜਿਹੜੀ ਹੁੰਦੀ ਹੈ ਐਟੋਮਿਕ એનર્ਜੀ ਦੀ, ਉਹ ਕੀ ਕਹਿੰਦੇ ਨੇ ਉਸ ਨੂੰ, ਜਿਹੜੀ ਮੈਂ ਸਮਝਦਾ ਉਹ ਲੀਕ ਨਾ ਹੋ ਜਾਵੇ ਕਿਤੇ, ਉਹਦੇ ਵਿੱਚ ਉਸ ਨੂੰ ਉਸ ਤੋਂ ਪ੍ਰੂਫਿੰਗ ਕਰਨੀ ਪੈਂਦੀ, ਉਹਦੀ ਅਰਥਿੰਗ ਹੁੰਦੀ ਹੈ। ਇਹਦਾ ਪੂਰਾ ਪ੍ਰੋਸੈਸ ਜਿਹੜਾ ਨਾ 6-8 ਮਹੀਨੇ ਦਾ। ਇਹਦਾ ਮਤਲਬ ਅਮਿਤਾਭ ਬੱਚਨ ਨਾਲ ਤੁਹਾਡੀਆਂ ਕਿੰਨੀਆਂ ਮੀਟਿੰਗਾਂ ਹੋਈਆਂ ਸੀ? ਕਿ ਅਮਿਤਾਭ ਬੱਚਨ ਨੂੰ ਸੁਪਨਾ ਆ ਗਿਆ ਸੀ ਸੁੱਤੇ ਪਏ ਕਿ ਬੰਗਲਾ ਸਾਹਿਬ 15 ਕਰੋੜ ਜਾਂ 12 ਕਰੋੜ ਦੀਆਂ ਮਸ਼ੀਨਾਂ ਲੱਗਣੀਆਂ, ਮੈਂ ਜਾ ਕੇ ਦੇ ਦੇਣੀਆਂ? ਨੈਗੋਸੀਏਸ਼ਨਸ ਹੋਈਆਂ ਹੋਣੀਆਂ ਨਾ। ਹਾਂ ਗੋਲਕ 'ਚ ਆ ਕੇ ਪਾ ਦਿੰਦਾ ਨਾ, ਕੌਣ ਮਨਾ ਕਰਦਾ? ਸਵੇਰੇ ਸੱਜਣ ਕੁਮਾਰ ਵੀ ਆ ਕੇ ਪਾ ਜਾਵੇ ਉੱਥੇ, ਕੋਈ ਮਨਾ ਨਹੀਂ ਕਰ ਸਕਦਾ। ਮੈਂ ਸਮਝਦਾ ਵਾਂ ਇਹ ਸਿਸਟਮੈਟਿਕਲੀ ਪੈਸੇ ਲਏ ਗਏ ਨੇ। ਇਹ ਕੋਈ ਵੱਡਾ ਖੇਡ ਖੇਡਿਆ ਗਿਆ। ਜਿੱਦਾਂ ਤੁਸੀਂ ਰਾਹ ਦਿੱਤਾ ਸੀਗਾ ਡੇਰੇ ਨੂੰ ਮਾਫੀ ਦਾ ਗੁਰੂ ਗ੍ਰੰਥ ਸਾਹਿਬ ਤੋਂ ਬਾਅਦ, ਤੁਸੀਂ ਜਥੇਦਾਰਾਂ ਦੀ ਬਾਂਹ ਮਰੋੜ ਕੇ ਉਹਨਾਂ ਕੋਲੋਂ ਮਾਫੀ ਦਵਾਈ ਸੀਗੀ, ਮੈਂ ਸਮਝਦਾ ਤੁਸੀਂ ਰਾਹ ਖੋਲਦੇ ਪਏ ਹੋ। ਕੱਲ੍ਹ ਨੂੰ ਸੱਜਣ ਨੂੰ ਵੀ ਮਾਫੀ ਦਿਓਗੇ, ਕੱਲ੍ਹ ਨੂੰ ਤੁਸੀਂ ਟਾਈਟਲਰ ਨੂੰ ਵੀ ਮਾਫੀ ਦਿਓਗੇ। ਸਿਰ ਸਾਹਿਬ ਇਲੈਕਸ਼ਨ ਜਿਹੜਾ ਪੋਸਟਪੋਨ ਹੋਇਆ ਕੋਵਿਡ ਕਰਕੇ, ਹੁਣ ਸਪੈਕੂਲੇਸ਼ਨਸ ਹੈਗੀਆਂ ਕਿ ਬਹੁਤ ਛੇਤੀ ਇਲੈਕਸ਼ਨ ਹੋ ਸਕਦਾ ਹੈ। ਤੁਹਾਡੇ ਕੋਲ ਕੀ ਇਨਫੋਰਮੇਸ਼ਨ ਔਰ ਤੁਹਾਡੀ ਤਿਆਰੀ ਕੀ ਹੈ? ਕਿਹੜੇ ਮੁੱਦਿਆਂ 'ਤੇ ਇਲੈਕਸ਼ਨ ਲੜਨਾ? ਦੇਖੋ ਸਾਡੀ ਆਪਣੀ
ਇਤਿਹਾਸ ਆਪਣਾ ਜੋ ਕੰਮ ਕੀਤਾ ਹੈ, ਜੋ ਪ੍ਰੈਕਟੀਕਲੀ ਐਜੂਕੇਸ਼ਨ ਦੇ ਵਿੱਚ ਅਸੀਂ ਕੀਤਾ ਹੈ ਕਿ ਦਿੱਲੀ ਦੇ ਵਿੱਚ ਕਾਲਜਾਂ 'ਚ ਮਿਨੋਰਟੀ ਸਟੇਟਸ ਜੇ ਮੁਸਲਮਾਨਾਂ ਦੇ ਕਾਲਜ ਕੋਲ ਹੈ, ਕ੍ਰਿਸਚਨਸ ਦੇ ਕਾਲਜ ਕੋਲ ਹੈ, ਜੈਨੀਆਂ ਦੇ ਕਾਲਜ ਕੋਲ, ਸਾਡੇ ਕੋਲ ਕਿਉਂ ਨਹੀਂ ਸੀਗਾ? ਉਹ ਹਿਸਟੋਰੀਕਲ ਕੰਮ 70 ਸਾਲ ਦੇ ਬਾਅਦ ਮੈਂ ਕੀਤਾ। ਅੱਜ ਸਿੱਖ ਬੱਚਿਆਂ ਨੂੰ ਉੱਥੇ ਐਡਮਿਸ਼ਨਾਂ ਮਿਲਦੀਆਂ ਪਈਆਂ ਨੇ। ਜੇ 84 ਦੀ ਲੜਾਈ ਅਸੀਂ ਲੜੀ ਹੈ, ਸੱਜਣ ਕੁਮਾਰ ਅੰਦਰ ਗਿਆ, ਮੇਰੇ ਤੋਂ ਪਹਿਲੇ HKL ਭਗਤ ਜਾਂ ਧਰਮਦਾਸ ਸ਼ਾਸਤਰੀ ਨੈਚੁਰਲ ਡੈਥ ਕਿਉਂ ਮਰ ਗਏ? ਕਿਹਨਾਂ ਨੇ ਪੈਸੇ ਖਾਧੇ? ਜਿਹੜੇ ਵੱਡੇ ਲੀਡਰਾਂ ਨੇ, ਜਿਨ੍ਹਾਂ ਨੇ ਉਹਨਾਂ ਦੀ ਗਵਾਹੀਆਂ ਮੁਕਰਵਾਈਆਂ। 84 ਦੀ ਯਾਦਗਾਰ ਕਿੰਨੇ ਬਣਾਈ? ਲਾਲ ਕਿਲ੍ਹੇ 'ਤੇ ਇਤਿਹਾਸ ਕੌਣ ਲੈ ਕੇ ਆਇਆ? ਫਤਿਹ ਦਿਵਸ ਦਾ। ਬੰਦਾ ਸਿੰਘ ਬਹਾਦਰ ਹੋ ਜਾਵੇ, ਸਕੂਲਾਂ ਦੀ ਐਜੂਕੇਸ਼ਨ ਦਾ ਸਟੈਂਡਰਡ ਹੋ ਜਾਵੇ, ਬਾਹਰਲੇ ਸਿੱਖਾਂ ਦੇ ਮਸਲੇ ਹੋ ਜਾਣ। ਅਫਗਾਨੀ ਸਿੱਖਾਂ ਦਾ 25 ਸਾਲ ਪੁਰਾਣਾ ਪਾਸਪੋਰਟ ਦਾ ਇਸ਼ੂ ਸੀ, ਉਹ ਕਿੰਨੇ ਸੈਟਲ ਕਰਾਇਆ? ਬਲੈਕ ਲਿਸਟ ਕਿਉਂ ਮਾਫ ਹੁੰਦੀ ਹੈ? ਐਡਵਰਸ ਲਿਸਟ ਕਿਉਂ ਮਾਫ ਹੁੰਦੀ ਹੈ? ਬਾਹਰ ਵਾਸਤੇ ਸਿੱਖਾਂ ਦੇ ਜਿਹੜੇ ਮਸਲੇ ਸੀ ਉਹ ਕਿੰਨੇ ਇਸ਼ੂ ਚੁੱਕੇ। ਮੈਂ ਸਮਝਦਾ ਅਸੀਂ ਆਪਣੇ ਕੰਮਾਂ ਦੇ ਦਮ ਤੇ ਜਾ ਰਹੇ ਹਾਂ। ਇਸ ਵਾਰ ਤਾਂ ਸਿਰਸਾ ਵੀ ਸੰਗਤ 'ਚ ਹੀਰੋ ਬਣਿਆ ਨਾ, ਕਿਸਾਨੀ ਦੇ ਮਸਲੇ ਤੇ ਜ਼ਮਾਨਤਾਂ ਕਰਵਾਈਆਂ ਬਹੁਤ ਸਾਰੇ ਮੁੰਡਿਆਂ ਦੀਆਂ। ਲੋਕ ਇਸ ਚੀਜ਼ ਨੂੰ ਸੈਲੀਬ੍ਰੇਟ ਕਰ ਰਹੇ ਆ। ਤੁਹਾਨੂੰ ਲੱਗਦਾ ਨਹੀਂ ਕਿ ਤੁਹਾਡੇ ਲਈ ਇਸ ਵਾਰ ਕਾਫੀ ਚੈਲੰਜ ਰਹੂਗਾ ਕਿ ਪਹਿਲਾਂ ਤਾਂ ਸਿਰਸਾ ਦੇ ਵੱਲੋਂ ਆਪਣਾ ਵੈਕਿਊਮ ਕ੍ਰੀਏਟ ਕਰਨਾ, ਉੱਥੇ ਐਕਸੈਪਟੈਂਸ ਬਣਾਉਣੀ, ਵੱਡੇ ਵੱਡੇ ਲੀਡਰਾਂ ਦੀ ਐਕਸੈਪਟੈਂਸ ਨਹੀਂ ਬਣਦੀ ਤੇ ਮਨਜਿੰਦਰ ਸਿੰਘ ਸਿਰਸਾ ਨੂੰ ਅੰਦੋਲਨਕਾਰੀ ਐਕਸੈਪਟ ਕਰਦੇ ਆ। ਤੁਹਾਨੂੰ ਲੱਗਦਾ ਕਿ ਇਹ ਚੈਲੰਜ ਭਰਪੂਰ ਰਹੂਗਾ ਤੁਹਾਡੇ ਲਈ? ਦੇਖੋ, ਰਾਜੇਵਾਲ ਸਾਹਿਬ ਦਾ ਬਿਆਨ ਆਇਆ ਸੀਗਾ ਕਿ ਸਾਡੀਆਂ ਜ਼ਮਾਨਤਾਂ ਸਾਡੇ ਵਕੀਲਾਂ ਨੇ ਕੀਤੀਆਂ। ਉਹ ਰਾਤੀ 11 ਵਜੇ 12 ਵਜੇ ਤਿਹਾੜ ਤੋਂ ਛੁੱਟਦੇ ਆ, ਸਿਰਸਾ ਸਾਹਿਬ ਚਲੇ ਜਾਂਦੇ, ਉਹਨਾਂ ਨੂੰ ਰਾਤੀ ਰਹਿਣ ਦੀ ਥਾਂ ਨਹੀਂ ਹੁੰਦੀ। ਉਹ ਰਾਤੀ ਆ ਕੇ ਬੰਗਲਾ ਸਾਹਿਬ ਜਾਂ ਰਕਾਬਗੰਜ ਸਰਾਂ 'ਚ ਰੱਖਦੇ, ਸਵੇਰੇ ਸਰੋਪਾ ਪਾਉਂਦੇ, ਫੋਟੋ ਖਿਚਾਉਂਦੇ ਅਤੇ ਕ੍ਰੈਡਿਟ ਲੈ ਜਾਂਦੇ ਆ। ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਕਿਸਾਨਾਂ ਦੇ ਜਿਹੜੀ ਜ਼ਮਾਨਤਾਂ ਦੀ ਗੱਲ ਕਰ ਰਹੇ ਹੋ, ਤੁਹਾਨੂੰ ਅਸਲੀ ਮੁੱਦਾ ਹਲੇ ਨਹੀਂ ਸਮਝ ਆਇਆ। ਦਿੱਲੀ ਦੇ ਵਿੱਚ ਮੈਂ ਦੱਸਿਆ 5000 ਤੋਂ ਉੱਤੇ ਬੱਚਿਆਂ 'ਤੇ ਕੇਸ ਪਏ 26 ਜਨਵਰੀ ਵਾਲੇ ਦਿਨ। ਜਿਹੜਾ ਕੋਈ ਮੋਟਰਸਾਈਕਲ ਲੈ ਕੇ ਲੰਘ ਗਿਆ, 2-3 ਜਗ੍ਹਾ ਜਿਹੜੀਆਂ ਸੀ, ਭਾਵੇਂ ਉਹ ਲਾਲ ਕਿਲ੍ਹਾ ਸੀ, ਭਾਵੇਂ ਉਹ ਟਿਕੜੀ ਬਾਰਡਰ ਸੀ, ਭਾਵੇਂ ਉਹ ਸਿੰਭੂ ਬਾਰਡਰ ਸੀਗਾ, ਜਿਹੜਾ ਵੀ CCTV ਕੈਮਰੇ 'ਚ ਆ ਗਿਆ, ਜਿਹਦਾ ਵੀ ਉੱਥੇ ਮੋਬਾਈਲ ਦਾ ਸਿਮ ਦਾ ਉਹ ਨੰਬਰ ਆ ਗਿਆ, ਜੇ ਸਿੰਘ ਲੱਗਿਆ ਤੇ ਥਾਣੇ ਬੁਲਾ ਲਿਆ, ਉਹਨਾਂ 'ਤੇ ਕੇਸ ਪੈ ਗਿਆ। ਔਰ ਕੇਸ ਪਏ ਨੇ 307 ਤੇ। ਉਹ ਕੌਣ ਲੜੇਗਾ? ਕੌਣ ਛੁਡਾਏਗਾ? ਜ਼ਮਾਨਤ ਤੇ ਭਾਜੀ ਲਾਅ ਪੁਆਇੰਟ ਤੇ ਹੁੰਦੀ ਹੈ। ਉਹ ਮਨਜੀਤ ਸਿੰਘ ਜਾਂ ਸਰਸੇ ਕਰਕੇ ਨਹੀਂ ਹੋ ਰਹੀ। ਮੈਂ ਵੀ ਜ਼ਮਾਨਤਾਂ ਕਰਾਈਆਂ ਨੇ, ਉਹ ਜ਼ਮਾਨਤ ਲਾਅ ਪੁਆਇੰਟ ਤੇ ਹੋ ਰਹੀ ਹੈ। ਲੇਕਿਨ ਇਹ ਜਿਹੜਾ ਕੇਸ ਬੱਚਿਆਂ ਤੇ ਪਿਆ ਨਾ, ਕਿਉਂਕਿ ਇਹਨਾਂ ਨੇ ਬੱਚਿਆਂ ਨੂੰ ਪਹਿਲੇ ਭੜਕਾਇਆ ਕਿ ਦੇਖੋ ਜੀ 26 ਜਨਵਰੀ ਨੂੰ ਅਸੀਂ ਇਹ ਕਰ ਦਿਆਂਗੇ, ਉਹ ਕਰ ਦਿਆਂਗੇ। ਸਰਸਾ ਸਾਹਿਬ ਵੀ ਸਟੇਜਾਂ ਤੇ ਜਾ ਕੇ ਬੋਲਦੇ ਰਹੇ। ਉਹ ਬੱਚੇ ਤੁਰ ਪਏ ਮੋਟਰਸਾਈਕਲਾਂ ਲੈ ਕੇ, ਉੱਥੇ ਗੱਡੀਆਂ ਲੈ ਕੇ ਨਿਕਲ ਪਏ। ਉਹਨਾਂ ਤੇ ਹੁਣ ਪੈ ਗਏ ਕੇਸ। ਉਹਨਾਂ ਦੀ ਉਮਰ ਜਿਹੜੀ ਹੈ, ਉਹਨਾਂ ਦੀ ਉਮਰ 18 ਸਾਲ ਤੋਂ ਲੈ ਕੇ ਤੇ 35 ਸਾਲ ਦੇ ਵਿੱਚ ਜ਼ਿਆਦਾ ਹੈ। ਹੁਣ ਉਹ ਬੱਚਾ ਜਦੋਂ ਨੌਕਰੀ ਲੈਣ ਜਾਏਗਾ MNC ਦੇ ਵਿੱਚ, ਉਹ ਬੱਚਾ ਜਦੋਂ ਨੌਕਰੀ ਲੈਣ ਜਾਏਗਾ ਸਰਕਾਰ ਦੇ ਵਿੱਚ, ਉਹਦਾ ਪੁਲਿਸ ਰਿਕਾਰਡ ਮੰਗਾਇਆ ਜਾਏਗਾ, ਉਹਦੇ 'ਚ ਲਿਖਿਆ ਹੋਏਗਾ ਕਿ 307 ਦਾ ਕੇਸ ਹੈ। ਸਿਰਸਾ ਉਹਨਾਂ ਦੀ ਗੱਲ ਨਹੀਂ ਕਰ ਰਹੇ ਸਰ ਜੀ, ਉਹਨਾਂ ਦੀ ਗੱਲ, ਉਹਨਾਂ ਦਾ ਕੇਸ ਕੌਣ ਖਤਮ ਕਰੇਗਾ? ਸਿਰਸਾ ਸਾਹਿਬ ਕਰਾ ਲੈਣਗੇ। ਜ਼ਮਾਨਤ ਇੱਕ ਚੀਜ਼ ਹੈ, ਕੇਸ ਤਾਂ 10 ਸਾਲ ਚੱਲਣਾ ਹੈ। ਉਹ 10 ਸਾਲ ਨੌਕਰੀ ਨਹੀਂ ਉਹਨਾਂ ਨੂੰ ਕਿਸੇ ਨੇ ਦੇਣੀ, ਉਹਨਾਂ ਦਾ ਭਵਿੱਖ ਖਤਮ ਕਰ ਦਿੱਤਾ ਤੁਸੀਂ। ਮੈਂ ਸਮਝਦਾ ਮੈਨੂੰ ਵੀ ਲੀਡਰੀ ਹੋ ਗਈ ਏਡੇ ਸਾਲ ਕਰਦਿਆਂ ਨੂੰ। ਅਸੀਂ 84 ਦੀ ਲੜਾਈ ਲੜੀ ਹੈ। ਮੇਰੇ ਤੇ ਟਰਾਂਜ਼ਿਸਟਰ ਬੰਬ ਕੇਸ ਪਿਆ, ਮੇਰੇ ਤੇ NSA ਲੱਗਾ, ਨੈਸ਼ਨਲ ਸਿਕਿਉਰਿਟੀ ਐਕਟ ਲੱਗਾ। ਤੁਸੀਂ ਅੰਦੋਲਨਕਾਰੀਆਂ ਦੀ, ਕਿਸਾਨਾਂ ਦੀ ਗਲਤੀ ਮੰਨਦੇ ਹੋ ਜੋ ਹੋਇਆ? ਨਹੀਂ, ਮੈਂ ਸਮਝਦਾ ਇਹ ਜਿਹੜਾ ਵਿੱਚ ਇਨਫਿਲਟਰੇਟ ਕਰਕੇ ਜਿਹੜੇ ਅਕਾਲੀ ਦਲ ਦੀ ਰੋਟੀ, ਜਿਨ੍ਹਾਂ ਦੀ ਜ਼ਮੀਨ ਗੁੰਮ ਗਈ ਸੀਗੀ ਪੋਲੀਟੀਕਲ, ਉਹਨਾਂ ਨੇ ਜਾ ਕੇ ਸੈਬੋਟੇਜ ਕੀਤਾ ਕਿਸਾਨਾਂ ਦਾ ਮੋਰਚਾ। ਔਰ ਇਹ ਗੱਲ ਜਿਹੜੀ ਆ ਉਹ ਕਿਸਾਨਾਂ ਦੇ ਪਵਾਤੀ, ਆਮ ਸਿੱਖਾਂ ਦੇ ਪਵਾਤੀ, ਆਪਣੀ ਪੋਲੀਟੀਕਲ ਜ਼ਮੀਨ ਲੱਭਣ ਵਾਸਤੇ। ਜੇ ਜਾਂ ਤੁਸੀਂ ਕਹਿ ਰਹੇ ਹੋ ਨਾ ਨੇਮਡ ਕਰੋਗੇ ਨਾ ਲੋਕਾਂ ਨੂੰ, ਕੌਣ ਹੈਗੇ? ਇਹ ਸਰਸਾ ਸਾਹਿਬ ਨੇ, ਇਹ ਅਕਾਲੀ ਦਲ ਹੈ। ਇਹ ਸੁਖਬੀਰ ਸਿੰਘ ਬਾਦਲ ਟਰੈਕਟਰ ਲੈ ਕੇ ਦੋਵੇਂ ਮੀਆਂ ਬੀਵੀ ਤੁਰ ਪਏ ਸੀਗੇ ਆਪਣੇ ਪਿੰਡੋਂ ਨਿਕਲ ਕੇ ਕਿ ਅਸੀਂ ਇਹਨਾਂ ਦੀ ਲੜਾਈ ਲੜਨ ਚੱਲੇ ਹਾਂ। ਅੱਜ ਤੁਸੀਂ ਮੈਨੂੰ ਕਹਿ ਰਹੇ ਹੋ ਨਾ ਕਿ ਸਰਸਾ ਸਾਹਿਬ ਨੇ ਆਪਣੀ ਐਕਸੈਪਟੈਂਸ ਬਣਾ ਲਈ ਹੈ, ਆਪਣੀ ਜ਼ਮੀਨ ਬਣਾ ਲਈ ਹੈ, ਤੇ ਇਹਨਾਂ ਨੂੰ ਤਾਂ ਜੁੱਤੀਆਂ ਪੈ ਰਹੀਆਂ ਸੀਗੀਆਂ। ਮੈਂ ਸਮਝਦਾ ਵਾਂ ਕਿ ਇਹਨਾਂ ਨੇ ਲੋਕਾਂ ਦਾ ਨੁਕਸਾਨ ਕਰਕੇ, ਆਉਣ ਵਾਲੀ ਪਨੀਰੀ ਦਾ ਨੁਕਸਾਨ ਕਰਕੇ, ਸਿਆਸਤ ਖੇਡ ਕੇ ਲੋਕਾਂ ਦੀ ਅੱਖਾਂ 'ਚ ਧੂੜ ਸੁੱਟੀ ਆ। ਆਉਣ ਵਾਲੇ ਸਮੇਂ 'ਚ ਲੋਕੀ ਦੱਸਣਗੇ ਕਿ ਤੁਸੀਂ ਕਿੱਡਾ ਵੱਡਾ। ਹਾਂ, ਇਹ ਤੁਹਾਨੂੰ ਮੈਂ ਦੱਸ ਦੇਵਾਂ, ਅਗਰ ਤਾਕਤ ਸੰਗਤ ਦੀ ਸਾਡੇ ਕੋਲ ਆਉਂਦੀ ਹੈ, ਇਹ ਕੇਸ ਮੈਂ ਸਰਕਾਰ ਦੇ ਗਲ 'ਚ ਗੂਠਾ ਦੇ ਕੇ ਵਾਪਸ ਕਰਾਵਾਂਗਾ। ਇਲੈਕਸ਼ਨ ਕਦੋਂ ਹੋਣ ਜਾ ਰਹੀ ਹੈ? ਇਲੈਕਸ਼ਨ ਮੈਨੂੰ ਲੱਗਦਾ ਕਿ 18 ਫਰਵਰੀ ਤੱਕ, 18 ਜੁਲਾਈ ਤੱਕ, ਇਸੇ ਮਹੀਨੇ ਮੈਨੂੰ ਲੱਗਦਾ, ਜੋ ਮੈਨੂੰ ਅੰਦਰੋਂ ਇਨਫੋਰਮੇਸ਼ਨ ਮਿਲੀ ਹੈ। ਫਾਈਲ ਜਿਹੜੀ ਹੈ ਉਹ CM ਦੇ ਕੋਲ ਪਈ ਹੈ। CM ਅਗਰ ਸਾਈਨ ਕਰ ਦਿੰਦਾ ਤਾਂ LG ਕੋਲ ਜਾਏਗੀ। ਸੋਮ ਜਾਂ ਮੰਗਲਵਾਰ ਤੱਕ ਡੇਟ ਹੋ ਜਾਏਗੀ। ਅਗਰ LG ਨੇ ਸੋਚਿਆ ਕਿ ਇਸ ਵੇਲੇ ਕੋਵਿਡ ਦਾ ਖਤਰਾ ਨਹੀਂ ਹੈ, ਪੁਲਿਸ ਫੋਰਸ ਦੀ ਕਾਫੀ ਫੋਰਸ ਜਿਹੜੀ ਹੈ ਉਹ ਇਸ ਵੇਲੇ ਕੋਵਿਡ ਤੋਂ ਹਲੇ ਰਿਕਵਰੀ 'ਚ ਪਈ ਹੈ 6000 ਦੇ ਕਰੀਬ।
ਉਹ ਅਗਰ ਸਾਰੇ ਹਾਲਾਤ ਠੀਕ ਨੇ ਤੇ ਇਲੈਕਸ਼ਨ 18 ਨੂੰ ਹੋ ਜਾਏਗੀ। ਤੁਸੀਂ ਇੱਕ ਸਵਾਲ ਕੀਤਾ ਸੀ ਤੁਹਾਡੀ ਤਿਆਰੀ ਕੀ ਹੈ। ਜੀ। ਸਾਡੇ ਸਾਰਿਆਂ ਦੀ ਤਿਆਰੀ ਹੋ ਚੁੱਕੀ। ਉੱਥੇ ਸਰਨਾ ਸਾਹਿਬ ਵੀ ਲੜ ਰਹੇ ਨੇ, ਉੱਥੇ ਸਰਸਾ ਵੀ ਲੜ ਰਿਹਾ, ਅਸੀਂ ਵੀ ਲੜ ਰਹੇ ਹਾਂ, ਵਡਾਲਾ ਸਾਹਿਬ ਵੀ ਲੜ ਰਹੇ ਨੇ, ਭਾਈ ਰਣਜੀਤ ਸਿੰਘ ਵੀ ਲੜ ਰਹੇ ਸਾਬਕਾ ਜਥੇਦਾਰ। ਕਿਉਂਕਿ ਇਲੈਕਸ਼ਨ ਜਿਹੜੀ ਸਾਡੀ ਪੋਸਟਪੋਨ ਹੋਈ ਸੀ ਨਾ, ਵੋਟਿੰਗ ਤੋਂ 3 ਦਿਨ ਪਹਿਲੇ ਹੋਈ ਸੀ, ਨੋਮੀਨੇਸ਼ਨ ਹੋ ਚੁੱਕੀ ਸੀ, ਅਸੀਂ ਲੋਕਾਂ ਦੇ ਘਰਾਂ ਘਰੀ ਜਾ ਚੁੱਕੇ ਸੀਗੇ। ਸੋ ਹੁਣ ਜਿਹੜੇ ਵੀ 10-12 ਦਿਨ ਮਿਲਣਗੇ, ਦੈਟ ਇਜ਼ ਗੁੱਡ ਇਨਫ ਟੂ ਆਪਣੀ ਇਲੈਕਸ਼ਨ ਲੜਨ ਵਾਸਤੇ। ਬਹੁਤ ਬਹੁਤ ਧੰਨਵਾਦ ਜੀਕੇ ਸਾਹਿਬ ਗੱਲਬਾਤ ਕਰਨ ਦੇ ਲਈ। ਤਾਂ ਇਹ ਸਨ ਮਨਜੀਤ ਸਿੰਘ ਜੀਕੇ, ਜਿਨ੍ਹਾਂ ਨੇ ਕਿ ਸਿੱਖਾਂ ਦੇ तमाम ਮਸਲਿਆਂ ਤੇ ਵਿਸਥਾਰ 'ਚ ਗੱਲਬਾਤ ਕੀਤੀ ਹੈ। ਮੋਟੇ ਤੌਰ ਤੇ ਮਨਜੀਤ ਸਿੰਘ ਜੀਕੇ ਦਾ ਇਹ ਕਹਿਣਾ ਹੈ, ਜਿਸ ਨੂੰ ਆਪਾਂ ਅਪੀਲ ਕਹਿ ਸਕਦੇ ਹਾਂ, ਕਿ ਉਹ ਕਹਿੰਦੇ ਨੇ ਕਿ ਸਿੱਖਾਂ ਨੂੰ तमाम ਮਸਲਿਆਂ ਤੇ ਵੱਖ-ਵੱਖ ਚੱਲਣ ਦੀ ਬਜਾਏ ਇਕੱਠੇ ਹੋ ਕੇ ਚੱਲਣਾ ਚਾਹੀਦਾ ਹੈ, ਤਾਂ ਕਿ ਸਰਕਾਰਾਂ ਸਿੱਖਾਂ ਦੀ ਇਸ ਫੁੱਟ ਦਾ ਫਾਇਦਾ ਨਾ ਲੈ ਸਕਣ। ਔਰ ਉਹ ਕਹਿੰਦੇ ਨੇ ਕਿ ਮੈਂ ਪਿੱਛੇ ਲੱਗਣ ਨੂੰ ਤਿਆਰ ਹਾਂ, ਬਸ਼ਰਤੇ ਕਿ ਬਾਕੀ ਜਿਹੜੀਆਂ ਜਥੇਬੰਦੀਆਂ ਜਾਂ ਸਿਰਮੌਰ ਆਗੂ ਨੇ ਉਹ ਅੱਗੇ ਲੱਗ ਕੇ ਤੇ ਇਹਨਾਂ तमाम ਮੁੱਦਿਆਂ ਦੀ ਪੈਰਵਾਈ ਕਰਨ। ਕੈਮਰਾਮੈਨ ਜਤਨ ਦੇ ਨਾਲ ਰਮਨਦੀਪ ਸਿੰਘ ਸੋਢੀ, ਜਗਬਾਣੀ TV, ਜਲੰਧਰ।